ਮੰਨ ਲਓ ਇੱਕ ਕੋਣ ABC ਹੈ। ABC ਜਿਸ ਦਾ ਕਿ ਸਿਖਰ B ਹੈ। ਆਓ ਹੁਣ ਇਸ ਕੋਣ ਨੂੰ ਇੱਥੇ ਡਰਾ ਕਰ ਲੈਂਦੇ ਹਾਂ। ਇੱਥੇ ਸਿਖਰ ਬਿੰਦੂ B ਹੈ ਅਤੇ ਇਸ ਕਿਰਨ ਤੇ ਬਿੰਦੂ A ਹੈ ਅਤੇ ਇਸ ਕਿਰਨ ਤੇ ਬਿੰਦੂ C ਹੈ। ਸੋ ਇਹ ਕੋਣ ਹੈ ਕੋਣ ABC। ਹੁਣ ਇੱਕ ਹੋਰ ਕੋਣ ਮੰਨ ਲੈਂਦੇ ਹਾਂ, ਕੋਣ DBA। ਹੁਣ ਇਸ ਕੋਣ ਦਾ ਸਿਖਰ ਬਿੰਦੂ ਵੀ B ਹੈ। ਹੁਣ ਇਹ ਕੋਣ ਕੁਛ ਇਸ ਤਰ੍ਹਾਂ ਦਿਖਾਈ ਦੇਵੇਗਾ। ਹੁਣ ਇੱਥੇ ਇੱਕ ਕਿਰਨ ਹੋਵੇਗੀ, B ਬਿੰਦੂ ਸਾਂਝਾ ਹੈ, ਇਸ ਕਿਰਨ ਤੇ ਬਿੰਦੂ D ਹੈ। ਹੁਣ ਅੱਗੇ ਮੰਨ ਲੈਂਦੇ ਹਾਂ ਕਿ ਕੋਣ ABC ਦਾ ਜੋ ਮਾਪ ਹੈ ਉਹ 50 ਡਿਗਰੀ ਦੇ ਬਰਾਬਰ ਹੈ। ਇੱਥੇ ਅਸੀਂ ਲਿਖ ਲੈਂਦੇ ਹਾਂ 50 ਡਿਗਰੀ ਅਤੇ ਕੋਣ DBA ਦਾ ਜੋ ਮਾਪ ਹੈ, ਮੇਜ਼ਰ ਹੈ, ਉਹ ਹੈ 40 ਡਿਗਰੀ। ਸੋ ਇਹ ਸਾਡੇ ਕੋਲ ਕੋਣ ਹੈ 40 ਡਿਗਰੀ ਦਾ। ਹੁਣ ਤੁਸੀਂ ਇਸ ਫਿਗਰ ਨੂੰ ਧਿਆਨ ਨਾਲ ਦੇਖੋ ਤਾਂ ਇੱਥੇ ਕੀ ਦਿਖਾਈ ਦਿੰਦਾ ਹੈ ਕਿ ਦੋਵਾਂ ਹੀ ਕੋਣਾਂ ਦੀ ਇੱਕ ਸਾਂਝੀ ਕਿਰਨ ਹੈ। ਇੱਥੇ AB ਕਿਰਨ ਹੈ ਜੋ ਦੋਨਾਂ ਹੀ ਕੋਣਾਂ ਦੀ ਸਾਂਝੀ ਕਿਰਨ ਹੈ ਅਤੇ ਇਹਨਾਂ ਦੋਨਾਂ ਕੋਣਾਂ ਦਾ ਸਿਖਰ ਬਿੰਦੂ ਵੀ ਸਾਡੇ ਕੋਲ ਸਾਂਝਾ ਹੈ। ਦੇਖੋ ਜੋ ਸਿਖਰ ਬਿੰਦੂ ਹੈ BA ਦੋਨਾਂ ਹੀ ਕੋਣਾਂ ਦਾ ਸਾਂਝਾ ਬਿੰਦੂ ਹੈ। ਹੁਣ ਅਗਲੀ ਗੱਲ ਧਿਆਨ ਦੇਣ ਵਾਲੀ ਇਹ ਹੈ ਕਿ ਇਸ ਫਿਗਰ ਦੇ ਵਿੱਚ ਜੋ ਸਾਂਝੀ ਕਿਰਨ ਹੈ ਉਸ ਤੋਂ ਇਲਾਵਾ ਜੋ ਕੋਣ ਦੀਆਂ ਦੂਜੀਆਂ ਕਿਰਨਾਂ ਹਨ ਉਹ ਦੋਨੋਂ ਹੀ ਇੱਕ ਇਸ ਸਾਂਝੀ ਕਿਰਨ ਦੇ ਇਸ ਪਾਸੇ ਹੈ ਅਤੇ ਦੂਜੀ ਦੂਜੇ ਪਾਸੇ ਹੈ। ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਇਹਨਾਂ ਦੋਨੋਂ ਹੀ ਕੋਣਾਂ ਨੂੰ ਲਾਗਵੇਂ ਕੋਣ ਆਖਿਆ ਜਾਂਦਾ ਹੈ। ਹੁਣ ਇੱਥੇ ਕੋਣ ABC ਅਤੇ ਕੋਣ DBA ਇਹ ਲਾਗਵੇਂ ਕੋਣ ਹਨ। ਕਿਉਂਕਿ ਇਹਨਾਂ ਦੀ ਇੱਕ ਸਾਂਝੀ ਕਿਰਨ ਹੈ, ਇੱਕ ਸਾਂਝਾ ਸਿਖਰ ਹੈ ਅਤੇ ਦੂਜੀਆਂ ਕਿਰਨਾਂ ਜੋ ਸਾਂਝੀਆਂ ਨਹੀਂ ਹਨ ਉਹ ਦੋਨੋਂ ਹੀ ਸਾਂਝੀ ਕਿਰਨ ਦੇ ਆਸੇ-ਪਾਸੇ ਹਨ, ਦੂਜੇ ਪਾਸੇ ਹਨ। ਤਾਂ ਇਸ ਤਰ੍ਹਾਂ ਦੇ ਕੋਣਾਂ ਨੂੰ ਅਸੀਂ ਲਾਗਵੇਂ ਕੋਣ ਆਖਦੇ ਹਾਂ। ਇਸ ਤਰ੍ਹਾਂ ਦੇ ਕੋਣਾਂ ਨੂੰ ਅਸੀਂ ਲਾਗਵੇਂ ਕੋਣ ਆਖਦੇ ਹਾਂ। ਲਾਗਵੇਂ ਕੋਣ। ਹੁਣ ਅਗਲੀ ਗੱਲ ਦੇਖਣ ਵਾਲੀ ਹੈ ਕਿ ਇਹਨਾਂ ਦੋਨਾਂ ਕੋਣਾਂ ਨੂੰ ਮਿਲਾ ਕੇ ਇੱਕ ਵੱਡਾ ਕੋਣ ਬਣਦਾ ਹੈ DBC। ਹੁਣ ਇਸ DBC ਦਾ ਮਾਪ ਕਿੰਨਾ ਹੋਵੇਗਾ? ਹੁਣ ਤੁਸੀਂ ਇੱਥੇ ਅੰਦਾਜ਼ਾ ਹੀ ਲਗਾ ਸਕਦੇ ਹੋ ਕਿ ਜਦੋਂ ਅਸੀਂ DBC ਨੂੰ ਮਾਪਾਂਗੇ ਤਾਂ ਪਹਿਲੇ 50 ਡਿਗਰੀ ਹੈ ਤੇ ਫਿਰ 40 ਡਿਗਰੀ ਹੈ, ਤਾਂ ਇਸ ਦਾ ਮਾਪ ਇਹਨਾਂ ਦੋਨਾਂ ਕੋਣਾਂ ਨੂੰ ਜੋੜ ਕੇ 90 ਡਿਗਰੀ ਬਣ ਜਾਵੇਗਾ। ਇਸ ਨੂੰ ਤੁਸੀਂ ਪ੍ਰੋਟੈਕਟਰ ਦੀ ਸਹਾਇਤਾ ਨਾਲ ਮਿਣੋਗੇ ਤਾਂ ਇਸ ਤਰ੍ਹਾਂ ਦੀ ਪ੍ਰੋਟੈਕਟਰ ਜਦੋਂ ਰੱਖਾਂਗੇ ਤਾਂ ਉਸ ਦੇ ਨਾਲ ਵੀ ਜਦੋਂ ਮਿਣੋਗੇ ਤਾਂ ਉਸੇ ਤਰ੍ਹਾਂ ਹੀ ਹੋ ਜਾਏਗਾ। ਪਹਿਲਾਂ ਤੁਸੀਂ ਇੱਥੇ ਤੋਂ 50 ਤੱਕ ਮਿਣੋਗੇ, ਫਿਰ 50 ਤੋਂ ਅੱਗੇ 40 ਮਿਣੋਗੇ ਤਾਂ ਇਹ ਕੋਣ 90 ਡਿਗਰੀ ਦਾ ਬਣ ਜਾਵੇਗਾ। ਹੁਣ ਇਸ ਨੂੰ ਕਲੀਅਰ ਕਰ ਲੈਂਦੇ ਹਾਂ ਤਾਂ ਜੋ ਅਸੀਂ ਅਗਲਾ ਕੰਮ ਕਰ ਸਕੀਏ। ਹੁਣ ਇੱਥੋਂ ਕਲੀਅਰ ਹੋ ਗਿਆ ਕਿ ਜੋ ਇਹ ਵੱਡਾ ਕੋਣ ਹੈ ਦੋਨਾਂ ਕੋਣਾਂ ਨੂੰ ਮਿਲ ਕੇ ਬਣਿਆ ਹੈ ਉਹ ਸੀ ਕੋਣ DBC। ਹੁਣ DBC ਦਾ ਜੋ ਮਾਪ ਹੈ ਉਹ 90 ਡਿਗਰੀ ਹੈ। 90 ਡਿਗਰੀ ਹੈ। ਹੁਣ 90 ਡਿਗਰੀ ਦੇ ਕੋਣ ਦਾ ਇੱਕ ਸਪੈਸ਼ਲ ਨਾਮ ਹੈ, ਇਸ ਨੂੰ ਅਸੀਂ ਸਮਕੋਣ ਆਖਦੇ ਹਾਂ। ਹੁਣ ਇਸ ਕੋਣ ਨੂੰ ਅਸੀਂ ਸਮਕੋਣ ਆਖਦੇ ਹਾਂ। ਸਮਕੋਣ। ਹੁਣ ਇੱਥੇ ਅਸੀਂ ਦੇਖਿਆ ਕਿ ਸਾਡੇ ਇਹਨਾਂ ਦੋਨਾਂ ਹੀ ਕੋਣਾਂ ਦਾ ਜੋੜ 90 ਡਿਗਰੀ ਬਣਿਆ ਹੈ। ਜਦੋਂ ਵੀ ਦੋ ਕੋਣਾਂ ਦਾ ਜੋੜ 90 ਡਿਗਰੀ ਹੋਵੇ ਤਾਂ ਉਹ ਕੋਣ ਪੂਰਕ ਕੋਣ ਅਖਵਾਉਂਦੇ ਹਨ। ਤਾਂ ਇੱਥੇ ਸਾਡੇ ਕੋਲ ਕੋਣ ABC ਅਤੇ ਕੋਣ DBA ਇਹ ਦੋਨੋਂ ਹੀ ਪੂਰਕ ਕੋਣ ਅਖਵਾਉਂਦੇ ਹਨ ਕਿਉਂਕਿ ਇਹਨਾਂ ਦਾ ਜੋ ਜੋੜ ਹੈ ਇੱਥੇ ਅਸੀਂ ਦੇਖ ਲੈਂਦੇ ਹਾਂ। ਜੇਕਰ ਅਸੀਂ ਇਹਨਾਂ ਦਾ ਜੋੜ ਕਰੀਏ ਤਾਂ ਇਹ 90 ਡਿਗਰੀ ਹੋ ਜਾਂਦਾ ਹੈ। ਤਾਂ ਇਸ ਤੋਂ ਭਾਵ ਇਹ ਹੋਇਆ ਕਿ ਕੋਣ ABC ਅਤੇ ਕੋਣ DBA ਆਪਸ ਦੇ ਵਿੱਚ ਪੂਰਕ ਕੋਣ ਹਨ। ਇਹ ਦੋਨੋਂ ਹੀ ਪੂਰਕ ਕੋਣ ਹਨ। ਪੂਰਕ ਕੋਣ ਹਨ ਕਿਉਂਕਿ ਇਹਨਾਂ ਦੋਨਾਂ ਹੀ ਕੋਣਾਂ ਦਾ ਜੋੜ 90 ਡਿਗਰੀ ਆਉਂਦਾ ਹੈ ਜੋ ਕਿ ਅਸੀਂ ਪਹਿਲਾਂ ਕਰਕੇ ਦੇਖ ਚੁੱਕੇ ਹਾਂ। ਸਮਕੋਣ ਦੇ ਲਈ ਅਸੀਂ ਇੱਕ ਹੋਰ ਸ਼ਬਦ ਦੀ ਵਰਤੋਂ ਕਰ ਲੈਂਦੇ ਹਾਂ ਜਿਸ ਨੂੰ ਲੰਬ ਕੋਣ ਆਖਦੇ ਹਨ। ਅਤੇ ਜੋ ਕਿਰਨਾਂ ਜਾਂ ਜੋ ਰੇਖਾਵਾਂ ਤੇ ਜਾਂ ਜੋ ਰੇਖਾ ਖੰਡ ਮਿਲ ਕੇ 90 ਡਿਗਰੀ ਦਾ ਕੋਣ ਬਣਾਉਂਦੇ ਹਨ ਭਾਵ ਸਮਕੋਣ ਬਣਾਉਂਦੇ ਹਨ, ਉਹਨਾਂ ਕਿਰਨਾਂ, ਉਹਨਾਂ ਰੇਖਾਵਾਂ ਜਾਂ ਉਹਨਾਂ ਰੇਖਾ ਖੰਡਾਂ ਨੂੰ ਅਸੀਂ ਲੰਬ ਰੇਖਾਵਾਂ ਜਾਂ ਲੰਬ ਰੇਖਾ ਖੰਡ ਜਾਂ ਲੰਬ ਕਿਰਨਾਂ ਆਖਦੇ ਹਨ। ਹੁਣ ਇੱਥੇ ਸਾਡੇ ਕੋਲ ਦੋ ਕਿਰਨਾਂ ਹਨ BC ਅਤੇ BD
ਜੋ ਆਪਸ ਦੇ ਵਿੱਚ 90 ਡਿਗਰੀ ਦਾ ਕੋਣ ਬਣਾਉਂਦੀਆਂ ਹਨ, ਤਾਂ ਅਸੀਂ ਆਖਾਂਗੇ ਕਿ ਇਹ ਦੋਨੋਂ ਹੀ ਕਿਰਨਾਂ ਆਪਸ ਦੇ ਵਿੱਚ ਲੰਬ ਹਨ। ਤਾਂ ਅਸੀਂ ਇੱਥੇ ਆਖਾਂਗੇ ਕਿ ਕਿਰਨ BC ਅਤੇ ਕਿਰਨ BD ਆਪਸ ਵਿੱਚ ਲੰਬ ਹਨ। ਆਪਸ ਵਿੱਚ ਲੰਬ ਹਨ। ਹੁਣ ਇਸ ਦੇ ਲਈ ਅਸੀਂ ਇੱਕ ਸਾਈਨ ਦੀ ਵੀ ਵਰਤੋਂ ਕਰਦੇ ਹਾਂ, ਇੱਕ ਨਿਸ਼ਾਨ ਦੀ ਵੀ ਵਰਤੋਂ ਕਰਦੇ ਹਾਂ। ਅਸੀਂ ਇਸ ਨੂੰ ਇਸ ਤਰ੍ਹਾਂ ਵੀ ਲਿਖ ਲੈਂਦੇ ਹਾਂ ਕਿ BC ਕਿਰਨ ਹੈ, ਇਹ ਲੰਬ ਹੈ ਕਿਰਨ BD ਤੇ। ਇਹ ਆਪਸ ਦੇ ਵਿੱਚ ਲੰਬ ਕਿਰਨਾਂ ਹਨ। ਹੁਣ ਮੈਂ ਫਿਰ ਤੋਂ ਇੱਕ ਵਾਰੀ ਦੁਹਰਾ ਦਿੰਦਾ ਹਾਂ ਕਿ ਜੇਕਰ ਦੋ ਕੋਣਾਂ ਦਾ ਜੋੜ 90 ਡਿਗਰੀ ਹੁੰਦਾ ਹੈ ਤਾਂ ਉਹ ਕੋਣ ਪੂਰਕ ਕੋਣ ਅਖਵਾਉਂਦੇ ਹਨ। ਹੁਣ ਇੱਥੇ ਸਾਡੇ ਕੋਲ ਕੋਣ ABC, ਇੱਥੇ ਮੈਂ ਲਿਖਿਆ ਸੀਗਾ ਕੋਣ ABC, ਇਹ ਵਾਲਾ ਕੋਣ ABC ਅਤੇ ਕੋਣ DBA, ਇਹ ਦੋਨੋਂ ਹੀ ਕੋਣ ਆਪਸ ਦੇ ਵਿੱਚ ਪੂਰਕ ਕੋਣ ਅਖਵਾਉਂਦੇ ਹਨ ਕਿਉਂਕਿ ਇਹਨਾਂ ਦਾ ਜੋੜ 90 ਡਿਗਰੀ ਬਣਦਾ ਹੈ। ਆਓ ਹੁਣ ਅੱਗੇ ਕੋਣਾਂ ਦੇ ਜੋੜ ਨਾਲ ਸੰਬੰਧਿਤ ਇੱਕ ਹੋਰ ਸ਼ਬਦ ਹੈ, ਉਸ ਬਾਰੇ ਜਾਣਦੇ ਹਾਂ। ਇੱਥੇ ਮੈਂ ਕੋਣ ਡਰਾ ਕਰ ਲੈਂਦਾ ਹਾਂ ਤੇ ਇਸ ਦਾ ਨਾਮ ਰੱਖ ਦਿੰਦਾ ਹਾਂ X, Y ਤੇ Z, ਤੇ ਇਸ ਦਾ ਮਾਪ ਲੈ ਲੈਂਦਾ ਹਾਂ ਕੁਝ 60 ਡਿਗਰੀ ਲੈ ਲੈਂਦਾ ਹਾਂ ਅਤੇ ਇੱਕ ਹੋਰ ਕੋਣ ਲੈਂਦਾ ਹਾਂ ਮੈਂ ਇਸ ਤਰ੍ਹਾਂ ਦਾ ਕੋਣ ਲੈ ਲੈਂਦਾ ਹਾਂ ਤੇ ਇਸ ਦਾ ਨਾਮ ਰੱਖ ਦਿੰਦੇ ਹਾਂ P, Q ਤੇ R ਅਤੇ ਇਸ ਦਾ ਕੁਝ ਮਾਪ ਲੈ ਲੈਂਦੇ ਹਾਂ 120 ਡਿਗਰੀ। ਹੁਣ ਇੱਥੇ ਮੈਂ ਲਿਆ ਸੀ ਕੋਣ X, Y, Z ਜਿਸ ਦਾ ਕਿ ਮਾਪ ਲਿਆ ਸੀ 60 ਡਿਗਰੀ ਅਤੇ ਦੂਜਾ ਕੋਣ ਸੀ ਕੋਣ P, Q, R ਜਿਸ ਦਾ ਕਿ ਮਾਪ ਸੀ 120 ਡਿਗਰੀ। ਹੁਣ ਅਗਰ ਇਹਨਾਂ ਦੋਨਾਂ ਹੀ ਕੋਣਾਂ ਦਾ ਅਸੀਂ ਜੋੜ ਕਰਦੇ ਹਾਂ ਤਾਂ ਇਹਨਾਂ ਕੋਣਾਂ ਦਾ ਜੋੜ ਸਾਡੇ ਕੋਲ ਬਣ ਜਾਂਦਾ ਹੈ 180 ਡਿਗਰੀ। ਹੁਣ 180 ਡਿਗਰੀ ਇਹਨਾਂ ਦੋਨਾਂ ਕੋਣਾਂ ਦਾ ਮਾਪ ਬਣ ਜਾਂਦਾ ਹੈ। ਜਦੋਂ ਹੁਣ ਦੋ ਕੋਣਾਂ ਦਾ ਮਾਪ 180 ਡਿਗਰੀ ਬਣ ਜਾਵੇ ਤਾਂ ਉਹਨਾਂ ਕੋਣਾਂ ਨੂੰ ਅਸੀਂ ਸੰਪੂਰਕ ਕੋਣ ਆਖਦੇ ਹਾਂ। ਹੁਣ ਇੱਥੇ ਸਾਡੇ ਕੋਲ ਜੋ ਦੋ ਕੋਣ ਸੀਗੇ XYZ ਅਤੇ ਕੋਣ PQR, ਇਹ ਦੋਨੇ ਕੋਣੇ ਆਪਸ ਦੇ ਵਿੱਚ ਸੰਪੂਰਕ ਕੋਣ ਹਨ। ਤਾਂ ਇੱਥੇ ਅਸੀਂ ਲਿਖ ਲੈਂਦੇ ਹਾਂ ਕੋਣ XYZ ਅਤੇ ਕੋਣ PQR, ਇਹ ਸੰਪੂਰਕ ਕੋਣ ਹਨ। ਇਹ ਆਪਸ 'ਚ ਸੰਪੂਰਕ ਕੋਣ ਹਨ। ਹੁਣ ਜੇਕਰ ਇਹਨਾਂ ਸੰਪੂਰਕ ਕੋਣਾਂ ਦੀ ਇੱਕ ਕਿਰਨ ਸਾਂਝੀ ਹੋਵੇ ਤਾਂ ਇਹ ਲਾਗਮੇ ਕੋਣ ਬਣ ਜਾਣਗੇ। ਆਓ ਹੁਣ ਕੁਝ ਇਸ ਤਰ੍ਹਾਂ ਦਾ ਕੋਣ ਨੂੰ ਡਰਾ ਕਰ ਲੈਂਦੇ ਹਾਂ ਜਿਨ੍ਹਾਂ ਦੇ ਕਿ ਇੱਕ ਕਿਰਨ ਸਾਂਝੀ ਹੈ। ਹੁਣ ਇੱਥੇ ਮੈਂ ਇੱਕ ਕੋਣ ਲੈਂਦਾ ਹਾਂ, ਇਸ ਦਾ ਨਾਮ ਰੱਖ ਲੈਂਦੇ ਹਾਂ A, B, C ਤੇ ਦੂਜਾ ਇੱਕ ਕੋਣ ਦੂਜੇ ਪਾਸੇ ਡਰਾ ਕਰ ਲੈਂਦੇ ਹਾਂ ਤੇ ਇੱਥੇ ਰੱਖ ਲੈਂਦੇ ਹਾਂ ਬਿੰਦੂ D ਤੇ ਇਹ ਕੋਣ ਹੈ ABD। ਹੁਣ ਇੱਥੇ ਸਾਡੇ ਕੋਲ ਇਹ ਦੋਨਾਂ ਦੀ ਇੱਕ ਸਾਂਝੀ ਕਿਰਨ ਹੈ। ਇਸ ਦਾ ਕੁਝ ਮਾਪ ਲੈ ਲੈਂਦੇ ਹਾਂ 50 ਡਿਗਰੀ ਤੇ ਇਸ ਦਾ ਮਾਪ ਲੈ ਲੈਂਦੇ ਹਾਂ 130 ਡਿਗਰੀ। ਹੁਣ ਜਦੋਂ ਇਹਨਾਂ ਦੋਨਾਂ ਕੋਣਾਂ ਦਾ ਜੋੜ ਕਰਦੇ ਹਾਂ ਤਾਂ ਇਹਨਾਂ ਦਾ ਜੋੜ ਬਣ ਜਾਂਦਾ ਹੈ 180 ਡਿਗਰੀ। ਇਸ ਤੋਂ ਭਾਵ ਇਹ ਦੋਨੋਂ ਹੀ ਕੋਣ ਸੰਪੂਰਕ ਕੋਣ ਹਨ ਕਿਉਂਕਿ ਇਹਨਾਂ ਦਾ ਜੋੜ 180 ਡਿਗਰੀ ਬਣਦਾ ਹੈ। ਹੁਣ ਇਹਨਾਂ ਦੋਨਾਂ ਕੋਣਾਂ ਦੇ ਜੋੜ ਕਰਕੇ ਇੱਕ ਵੱਡਾ ਕੋਣ ਬਣਦਾ ਹੈ ਕੋਣ DBC। ਹੁਣ ਇੱਥੇ ਸਾਡੇ ਕੋਲ ਇੱਕ ਕੋਣ ਬਣ ਗਿਆ ਕੋਣ DBC। ਹੁਣ ਕੋਣ DBC ਦਾ ਜੋ ਮਾਪ ਹੈ ਉਹ 180 ਡਿਗਰੀ ਹੈ। ਹੁਣ ਤੁਸੀਂ ਦੇਖ ਰਹੇ ਹੋ ਕਿ ਜੋ DBC ਹੈ ਇਹ ਇੱਕ ਸਰਲ ਰੇਖਾ ਬਣ ਗਈ ਹੈ। DBC ਇੱਕ ਸਰਲ ਰੇਖਾ ਬਣ ਗਈ ਹੈ, ਇਸ ਲਈ ਇਸ ਕੋਣ ਨੂੰ ਅਸੀਂ ਸਰਲ ਕੋਣ ਆਖਦੇ ਹਾਂ। ਹੁਣ ਜਿਹੜਾ ਇਹ ਕੋਣ ਬਣਿਆ ਹੈ 180 ਡਿਗਰੀ ਦਾ, ਇਸ ਨੂੰ ਅਸੀਂ ਸਰਲ ਕੋਣ ਆਖਦੇ ਹਾਂ। ਸਰਲ ਕੋਣ, ਕਿਉਂਕਿ ਇੱਥੇ ਇੱਕ ਸਰਲ ਰੇਖਾ ਬਣ ਜਾਂਦੀ ਹੈ। ਹੁਣ ਇੱਥੇ ਵੀ ਸਾਡੇ ਕੋਲ ਦੋ ਲਾਗਮੇ ਕੋਣ ਹਨ ਜਿਨ੍ਹਾਂ ਦੋਨਾਂ ਹੀ ਕੋਣਾਂ ਦਾ ਜੋੜ 180 ਡਿਗਰੀ ਬਣਦਾ ਹੈ, ਇਸ ਲਈ ਇਹ ਦੋਨੋਂ ਹੀ ਕੋਣ ਸੰਪੂਰਕ ਕੋਣ ਹਨ। ਇੱਕ ਵਾਰੀ ਫੇਰ ਦੁਬਾਰਾ ਯਾਦ ਕਰ ਲਈਏ
ਕਿ ਜਦੋਂ ਦੋ ਕੋਣਾਂ ਦਾ ਜੋੜ 90 ਡਿਗਰੀ ਬਣਦਾ ਹੈ ਤਾਂ ਉਹ ਕੋਣ ਪੂਰਕ ਕੋਣ ਅਖਵਾਉਂਦੇ ਹਨ, ਅਤੇ ਜੇ ਦੋ ਕੋਣਾਂ ਦਾ ਜੋੜ 180 ਡਿਗਰੀ ਹੋ ਜਾਵੇ ਤਾਂ ਉਹ ਕੋਣ ਸੰਪੂਰਕ ਕੋਣ ਅਖਵਾਉਂਦੇ ਹਨ।